123ਵੇਂ ਸ਼ਲੋਕ ਅੰਦਰ ਕਬੀਰ ਜੀ ਫਰਮਾਉਂਦੇ ਹਨ, ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ। ਦਰਅਸਲ ਕੇਵਲ ਇਸ ਇੱਕ ਸ਼ਲੋਕ ਵਿੱਚ ਹੀ ਨਹੀਂ, ਇਹਨਾਂ ਚੌਹਾਂ ਹੀ ਸ਼ਲੋਕਾਂ ਵਿੱਚ ਭਗਤ ਕਬੀਰ ਜੀ ਨੇ 4 ਵਿਸ਼ੇਸ਼ ਮਿਸਾਲਾਂ ਦਿੱਤੀਆਂ ਤੇ ਚੌਹਾਂ ਹੀ ਮਿਸਾਲਾਂ ਦਾ ਸੰਬੰਧ ਜੋੜਿਆ ਹੈ ਇਨਸਾਨ ਦੀ ਜ਼ਿੰਦਗੀ ਨਾਲ। ਜੈਸਾ ਆਮ ਤੌਰ 'ਤੇ ਅਸੀਂ ਜੀਵਨ ਜਿਉਂਦੇ ਹਾਂ, ਜਿਵੇਂ ਦੁਨੀਆ ਵਿੱਚ ਵਿਚਰਦੇ ਹਾਂ, ਜੋ ਸਾਡੀ ਸੁਰਤੀ ਬਿਰਤੀ ਹੈ, ਜਿਸ ਤਰ੍ਹਾਂ ਦੇ ਕਰਮ ਕਰਦੇ ਹਾਂ, ਜੋ ਸਾਡੀ ਜ਼ਿੰਦਗੀ ਦਾ ਆਖਰੀ ਨਿਚੋੜ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਥਾਂ ਇਕੱਠਿਆਂ ਕਰਕੇ ਸਮੁੱਚੀ ਤਸਵੀਰ ਸਾਡੀ ਕੀ ਹੈ, ਉਹ ਸਾਡੇ ਹੀ ਸਾਹਮਣੇ ਰੱਖ ਦਿੱਤੀ ਹੈ। ਕਬੀਰ ਜੀ ਦਾ ਐਸਾ ਕੋਈ ਮਤਲਬ ਨਹੀਂ ਕਿ ਉਹ ਸਾਨੂੰ ਕੋਈ ਨੀਵਾਂ ਦਿਖਾਉਣਾ ਚਾਹੁੰਦੇ ਹਨ। ਭਗਤ ਅੰਦਰ ਤਾਂ ਦਇਆ ਹੁੰਦੀ ਹੈ। ਜਦ ਉਹ ਦੇਖਦਾ ਹੈ ਕੋਈ ਆਦਮੀ ਭਟਕ ਗਿਆ ਹੈ, ਠੋਕਰਾਂ ਖਾ ਰਿਹਾ ਹੈ, ਉਹ ਆਵਾਜ਼ ਦਿੰਦਾ ਹੈ ਕਿ ਦੇਖ ਭੋਲਿਆ, ਤੂੰ ਭਟਕ ਗਿਆ। ਇਸ ਭਟਕਣਾ ਦੇ ਨਤੀਜੇ ਚੰਗੇ ਨਹੀਂ ਨਿਕਲਣੇ। ਜਿਸ ਵੀ ਜੁਗਤ ਨਾਲ, ਜਿਸ ਵੀ ਢੰਗ ਨਾਲ, ਜੋ ਵੀ ਮਿਸਾਲ ਦੇ ਕੇ ਉਹ ਸਮਝਾ ਸਕੇ, ਭਗਤ ਹਮੇਸ਼ਾ ਯਤਨ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਜਿਸ ਨੂੰ ਭਗਤ ਆਵਾਜ਼ਾਂ ਦੇ ਰਿਹਾ ਹੈ, ਉਹ ਸੁਣੇ ਜਾਂ ਨਾ ਸੁਣੇ, ਜਾਂ ਸੁਣੇ ਵੀ ਤਾਂ ਆਪਣੀ ਮਰਜ਼ੀ ਦੇ ਉਸ ਦੇ ਅਰਥ ਬਣਾ ਕੇ ਫਿਰ ਆਪਣੇ ਹੀ ਰਾਹ ਤੁਰਿਆ ਰਹੇ। ਜਿੱਧਰ ਭਟਕਿਆ ਹੈ ਉੱਧਰ ਹੀ ਜਾਏ। ਸੁਣ ਕੇ ਅਣਸੁਣੀ ਕਰਨੀ ਤਾਂ ਮਨੁੱਖ ਦੀ ਆਮ ਆਦਤ ਹੈ, ਪਰ ਇਹ ਏਡੀ ਵੱਡੀ ਕਮਜ਼ੋਰੀ ਹੈ ਜਿਸ ਦਾ ਕੋਈ ਹਿਸਾਬ ਨਹੀਂ। ਪਰਮਾਤਮਾ ਨੇ ਤਾਂ ਖੂਬ ਇੰਤਜ਼ਾਮ ਕੀਤਾ। ਜ਼ੁਬਾਨ ਰੱਖੀ ਮੂੰਹ ਦੇ ਅੰਦਰ, ਹਾਲਾਂਕਿ ਕੰਮ 2 ਕਰੇ, ਬੋਲਣ ਦਾ ਵੀ, ਪਦਾਰਥ ਕੋਈ ਛਕਦੇ ਹਾਂ ਉਸ ਦਾ ਸਵਾਦ ਦਰਸਾਉਣ ਦਾ ਵੀ, ਲੇਕਿਨ ਰੱਖੀ ਮੂੰਹ ਦੇ ਅੰਦਰ। ਉੱਪਰ ਵੀ ਦੰਦ, ਹੇਠਾਂ ਵੀ ਦੰਦ ਤੇ ਵਿਚਕਾਰ ਰਹੇ ਵਿਚਾਰੀ, ਜਿਸ ਵਿੱਚ ਇੱਕ ਵੀ ਹੱਡੀ ਨਹੀਂ, ਕੇਵਲ ਮਾਸ ਦਾ ਲੋਥੜਾ, ਬੜੀ ਨਾਜ਼ੁਕ। ਸੂਚਨਾਵਾਂ, ਖਬਰਾਂ, ਉਪਦੇਸ਼ ਤਾਂ ਪਰਮਾਤਮਾ ਦੇ ਇੱਕ ਇੱਕ ਕ੍ਰਿਸ਼ਮੇ ਵਿੱਚ ਭਰਿਆ ਪਿਆ। ਮੂੰਹ ਤਦ ਖੋਲ੍ਹਣੀ ਜਦ ਬੋਲਣ ਦੀ ਜ਼ਰੂਰਤ ਹੈ, ਨਹੀਂ ਤੇ ਮੂੰਹ ਬੰਦ ਹੈ। ਇਸ ਦੇ ਬੰਦ ਰੱਖਣ ਵਿੱਚ 100 ਸੁੱਖ ਨੇ। ਸਿਆਣੇ ਲੋਕਾਂ ਨੇ ਐਵੇਂ ਨਹੀਂ ਆਖਿਆ, ਇੱਕ ਚੁੱਪ ਤੇ 100 ਸੁੱਖ। ਫਾਲਤੂ ਬੋਲੇਗਾ, ਝਗੜੇ ਖੜੇ ਕਰੇਗਾ, ਐਨਰਜੀ ਵੇਸਟ ਕਰੇਗਾ। ਜਾਂ ਮੂੰਹ ਖੋਲ੍ਹਣ ਦੀ ਜ਼ਰੂਰਤ ਹੈ ਜਦ ਭੋਜਨ ਲੈਣਾ,
ਦੰਦ ਦੇ ਰੱਖੇ ਨੇ ਕਿ ਭੋਜਨ ਨੂੰ ਇਤਨਾ ਚਬਾ ਕੇ ਲੰਘਾਈ ਜੋ ਬਹੁਤ ਮਹੀਨ ਸੂਖਮ ਹੋ ਜਾਏ, ਆਸਾਨੀ ਨਾਲ ਮਿਹਦਾ ਹਜ਼ਮ ਕਰ ਸਕੇ। ਬਿਨਾਂ ਚਬਾਏ ਖਾਣ ਵਾਲਾ ਭੋਜਨ ਬਿਲਕੁਲ ਨਹੀਂ। ਪਰਮਾਤਮਾ ਵੱਲੋਂ ਐਸਾ ਕੋਈ ਸੰਕੇਤ ਕਿ ਮਨੁੱਖ ਬਿਨਾਂ ਚਬਾਏ ਸਖਤ ਭੋਜਨ ਵੀ ਲੰਘਾ ਲਵੇ। ਚਿੱਥ ਚਿੱਥ ਭੋਜਨ ਜ਼ੁਬਾਨ ਵਿੱਚੋਂ ਰਸ ਨਿਕਲਦੇ ਨੇ, ਉਹ ਵਿੱਚ ਮਿਲਦੇ ਨੇ, ਹਾਜ਼ਮੇ ਲਈ ਮਦਦਗਾਰ ਨੇ। ਬੜਾ ਵੱਡਾ ਸਿਸਟਮ ਹੈ ਇਹ। ਲੇਕਿਨ ਮਨੁੱਖ ਨੇ ਬੰਦ ਮੂੰਹ ਨੂੰ ਵਧੇਰੇ ਖੋਲ੍ਹਿਆ। ਪਰਮਾਤਮਾ ਦਾ ਇਸ਼ਾਰਾ ਨਹੀਂ ਸਮਝਿਆ ਕਿ ਉਸਨੇ ਇਜਾਜ਼ਤ ਤਾਂ ਦਿੱਤੀ ਏ ਕਿ ਮੂੰਹ ਖੋਲ੍ਹ ਸਕੇ, ਪਰ ਦੋ ਜ਼ਰੂਰਤਾਂ ਲਈ, ਬੋਲਣਾ ਹੈ ਜਾਂ ਕੁਝ ਛਕਣਾ ਹੈ। ਕਿਉਂਕਿ ਇਸ ਨੂੰ ਖੁੱਲ੍ਹ ਹੈ, ਇਹ ਖੋਲ੍ਹ ਸਕੇ। ਇਹ ਬੇਲੋੜਾ ਬੋਲਦਾ ਹੈ, ਬੇਲੋੜਾ ਖਾਂਦਾ ਹੈ। ਇੱਕ ਦਿਨ ਦੀ ਲਿਸਟ ਵੀ ਅਸੀਂ ਆਪਣੀ ਕੇਵਲ ਖਾਣ ਦੀ ਬਣਾ ਕੇ ਦੇਖੀਏ ਤਾਂ ਖਾਣ ਪੀਣ ਵਿੱਚ ਵੀ ਅਸੀਂ ਕੋਈ ਬਹੁਤ ਸਿਆਣੇ ਸਾਬਤ ਨਹੀਂ ਹੁੰਦੇ। ਕੇਵਲ ਚਸਕਿਆਂ ਲਈ ਖਾਂਦੇ ਹਾਂ, ਕੇਵਲ ਇੱਕ ਦੂਜੇ ਦੇ ਮੂੰਹ ਮਲਾਹਜੇ ਲਈ ਖਾਂਦੇ ਹਾਂ। ਦੂਸਰਾ ਪ੍ਰੈਸ਼ਰ ਪਾ ਰਿਹਾ ਹੈ, ਨਹੀਂ ਮੇਰੇ ਪਾਸ ਆਇਓ, ਕੁਝ ਖਾਣਾ ਤੇ ਪਵੇਗਾ, ਪੇਟ ਭਰਿਆ, ਜ਼ਰੂਰਤ ਹੈ ਨਹੀਂ। ਜਾਂ ਸਵਾਦਾਂ ਲਈ ਖਾਂਦੇ ਹਾਂ ਤਾਂ ਵੀ ਬਿਮਾਰੀ ਦਾ ਘਰ ਹੈ। ਜੋ ਬੋਲਣ ਦੀ ਜ਼ਰੂਰਤ ਨਹੀਂ ਉਹ ਬੋਲਦੇ ਹਾਂ। ਬਾਰ-ਬਾਰ ਇਸ ਗੱਲ ਦਾ ਜ਼ਿਕਰ ਮੈਂ ਕਰ ਚੁੱਕਾ ਹਾਂ ਪਹਿਲੇ ਵੀ ਕਿ ਮਨੋਵਿਗਿਆਨਕ ਆਖਦੇ ਨੇ ਮਨੁੱਖ 98% ਲੋੜ ਤੋਂ ਬਿਨਾਂ ਬੋਲਦਾ ਹੈ। ਇਸ ਦੀਆਂ ਕੇਵਲ ਦੋ ਗੱਲਾਂ ਨੇ ਜੋ ਜ਼ਰੂਰੀ ਸਨ। 98 ਬਿਨਾਂ ਲੋੜ ਤੋਂ। ਕਿੰਨੀ ਐਨਰਜੀ ਵੇਸਟ ਕੀਤੀ ਅਸੀਂ। ਪਰ ਮਨੁੱਖ ਨੇ ਬਹੁਤ ਸਾਵਧਾਨੀ ਤੋਂ ਕੰਮ ਨਹੀਂ ਲਿਆ। ਅੱਖਾਂ ਬਾਰ-ਬਾਰ ਖੁੱਲ੍ਹਦੀਆਂ ਬੰਦ ਹੁੰਦੀਆਂ ਨੇ ਜਦ ਰੈਸਟ ਦੀ ਜ਼ਰੂਰਤ ਹੈ, ਨੀਂਦਰ ਆ ਜਾਂਦੀ ਹੈ। ਅੱਖਾਂ ਦਾ ਇਸਤੇਮਾਲ ਇੰਝ ਕਰਨਾ ਲਾਜ਼ਮੀ ਹੈ ਜਿਵੇਂ ਮਾਲਕ ਨੇ ਸਿਸਟਮ ਬਣਾਇਆ। ਇਰਦ ਗਿਰਦ ਆਸ-ਪਾਸ ਦਿਖਾਈ ਦਿੰਦਾ ਰਹੇ, ਉਸ ਮੁਤਾਬਕ ਤੂੰ ਚੱਲ ਸਕੇ, ਪਹਿਚਾਣ ਕਰ ਸਕੇ ਤੇ ਹੋਰ ਜ਼ਿੰਦਗੀ ਦੇ ਕੰਮ ਕਾਜ ਚੱਲਣ। ਲੇਕਿਨ ਪਰਮਾਤਮਾ ਨੇ ਜੋ ਕੰਨ ਬਣਾਏ ਨੇ ਉਸਨੇ ਖੁੱਲ੍ਹੇ ਰੱਖ ਛੱਡੇ ਨੇ। ਅੱਖ ਵੀ ਬੰਦ ਹੁੰਦੀ ਖੁੱਲ੍ਹਦੀ ਏ, ਕੰਨ ਖੁੱਲ੍ਹੇ ਹੀ ਹੋਏ ਨੇ। ਸਰੋਤਾ ਚੰਗਾ ਬਣੀ। ਲੇਕਿਨ ਕੈਸੀ ਬਦਕਿਸਮਤੀ ਹੈ ਕਿ ਮਨੁੱਖ ਚੰਗਾ ਸਰੋਤਾ ਨਹੀਂ। ਕੰਨ ਖੁੱਲ੍ਹੇ ਹੀ ਹੋਏ ਨੇ, ਖੁੱਲ੍ਹਿਆਂ ਤੋਂ ਵੀ ਸੁਣਦਾ ਨਹੀਂ। ਸੁਣ ਕੇ ਅਣਸੁਣੀ ਕਰਨ ਦਾ ਹੋਰ ਅਰਥ ਕੀ ਹੈ? ਧਿਆਨ ਹੀ ਉੱਧਰ ਨਹੀਂ ਦਿੰਦਾ। ਸੁਰਤ ਕਿਤੇ ਹੋਰ ਘੁੰਮ ਰਹੀ ਹੈ, ਕੰਨ ਕਿਤੇ ਹੋਰ ਨੇ। ਇੱਕ ਪ੍ਰਯੋਗ ਇਸ ਪੱਖ ਤੋਂ ਵੀ ਕੁਝ ਘੜੀਆਂ ਹੀ ਕਰਕੇ ਦੇਖ ਲਓ ਕਿ ਸੁਰਤ ਵਾਲੇ ਸਰੋਤੇ ਬਣ ਕੇ, ਜਿੱਥੇ ਕੋਈ ਉਪਦੇਸ਼ ਨਹੀਂ ਦਿੱਤਾ ਜਾ ਰਿਹਾ, ਕੋਈ ਗੀਤ ਨਹੀਂ, ਕੋਈ ਸੰਗੀਤ ਨਹੀਂ, ਕੁਝ ਵੀ ਨਹੀਂ, ਜਿੱਥੇ ਤੁਸੀਂ ਸਧਾਰਨ ਤੌਰ 'ਤੇ ਮਹਿਸੂਸ ਕਰੋ ਕਿ ਆਵਾਜ਼ ਦੀ ਦੁਨੀਆ ਦਾ ਖਾਸ ਇੱਥੇ ਕੋਈ ਮਤਲਬ ਨਹੀਂ, ਉੱਥੇ ਵੀ ਬੈਠ ਜਾਓਗੇ। ਸੁਰਤ ਕੰਨਾਂ 'ਤੇ ਲੈ ਆਓਗੇ, ਕੌਨਸਨਟਰੇਟ ਕਰੋਗੇ, ਕੁਦਰਤ ਦੇ ਕਈ ਰਹੱਸ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਆਦਮੀ ਨੇ ਸੁਰਤ ਦਾ ਇਸਤੇਮਾਲ ਬਹੁਤ ਘੱਟ ਕੀਤਾ ਹੈ, ਕੰਨਾਂ ਦਾ ਇਸਤੇਮਾਲ ਬਹੁਤ ਘੱਟ ਕੀਤਾ ਹੈ। ਹਰ ਕੋਈ ਆਪਣੀ ਆਪਣੀ ਸੁਣਾਉਣ ਦਾ ਯਤਨ ਕਰ ਰਿਹਾ ਹੈ, ਸੁਣਦਾ ਇੱਥੇ ਕੌਣ ਹੈ?
ਤੇ ਇੰਨੀ ਵੱਡੀ ਇਹ ਕਮਜ਼ੋਰੀ ਹੈ ਕਿ ਕਬੀਰ ਜੀ ਨੂੰ ਵੀ ਆਖਣਾ ਪਿਆ, ਜੇ ਕਿਸੇ ਮਨੁੱਖ ਅੰਦਰ ਇਹ ਕਮਜ਼ੋਰੀ ਆ ਗਈ ਕਿ ਉਹ ਸੁਣੇ ਹੀ ਨਾ, ਕੰਨ ਹੁੰਦਿਆਂ ਵੀ ਸੁਣੇ ਨਾ, ਭਾਵ ਸੁਣ ਕੇ ਅਨਸੁਣੀ ਕਰ ਦੇਵੇ, ਇੱਧਰੋਂ ਸੁਣੀ ਉੱਧਰੋਂ ਕੱਢ ਦਿੱਤੀ, ਤਾਂ ਉੱਥੇ ਗੁਰੂ ਵੀ ਕੁਝ ਨਹੀਂ ਕਰ ਸਕਦਾ। ਕਿੱਡੀ ਨਿਰਾਸ਼ਾਜਨਕ ਹਾਲਤ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਬਜਾਈਏ ਫੂਕ। ਬਾਂਸ ਵਿੱਚ ਮਾਰੀ ਫੂਕ, ਇੱਧਰੋਂ ਉੱਧਰ ਲੰਘ ਗਈ। ਮਨੁੱਖ ਦੀ ਹਾਲਤ ਵੀ ਜਦੋਂ ਇਸ ਤਰ੍ਹਾਂ ਦੀ ਹੋ ਜਾਏ, ਉਹ ਕੋਈ ਉਪਦੇਸ਼ ਗ੍ਰਹਿਣ ਨਹੀਂ ਕਰਦਾ। ਦਰਅਸਲ ਸਭ ਕੁਝ ਨਿਰਭਰ ਕਰਦਾ ਹੈ ਸਾਡੀ ਸੁਰਤ ਤੇ ਹੀ। ਕੰਨ ਸਾਡੇ ਖੁੱਲ੍ਹੇ ਰੱਖੇ ਨੇ ਨਿਰੰਕਾਰ ਨੇ, ਅਸੀਂ ਸੁਣਨ ਵਾਲੇ ਨੂੰ ਸਰੋਤਾ ਆਖਦੇ ਹਾਂ, ਸੁਣਨ ਨੂੰ ਆਖਦੇ ਹਾਂ ਸਰੋਤ ਕੰਨੀ ਪਈ। ਸਾਰਿਆਂ ਦਾ ਸੰਬੰਧ ਸੁਰਤੀ ਨਾਲ ਹੈ, ਤੇ ਸੁਰਤੀ ਏਡਾ ਵੱਡਾ ਗੁਣ ਹੈ, ਜਿਸ ਮਨੁੱਖ ਨੂੰ ਇਸ ਦਾ ਇਸਤੇਮਾਲ ਠੀਕ ਕਰਨਾ ਆ ਗਿਆ, ਉਸ ਦੀ ਜ਼ਿੰਦਗੀ ਬਹਿਸ਼ਤਾਂ ਦਾ ਬਹਿਸ਼ਤ, ਸਵਰਗਾਂ ਦਾ ਸਵਰਗ ਬਣ ਗਈ। ਦੋ ਜੀਵਾਂ ਦਾ ਗੁਰਬਾਣੀ ਅੰਦਰ ਵਿਸ਼ੇਸ਼ ਤੌਰ ਤੇ ਸੁਰਤੀ ਦੇ ਸੰਬੰਧ ਵਿੱਚ ਜ਼ਿਕਰ ਆਇਆ ਹੈ। ਇੱਕ ਕੱਛੂ ਕੁੰਮੇ ਦਾ, ਕੱਛੂ ਕੁੰਮੀ ਦਾ, ਦੂਸਰਾ ਕੂੰਜ ਦਾ। ਦੋਹਾਂ ਦੇ ਨਾਮ ਕੱਕੇ ਤੋਂ ਸ਼ੁਰੂ ਹੁੰਦੇ ਨੇ। ਕੰਨ ਵੀ ਕੱਕੇ ਤੋਂ ਸ਼ੁਰੂ ਹੁੰਦੇ ਨੇ। ਕੰਨ ਕਹੋ ਕਿ ਹਿੰਦੀ ਵਾਲੇ ਕਰਨ ਆਖਣ, ਕੱਕੇ ਤੋਂ ਸ਼ੁਰੂ ਹੁੰਦੇ ਨੇ। ਕੱਛੂ ਕੁੰਮੀ ਦੇ ਸੰਬੰਧ ਵਿੱਚ ਬਾਣੀ ਅੰਦਰ ਵਰਣਨ ਆਇਆ ਹੈ, ਕੁੰਮੀ ਜਲ ਮਾਹੇ, ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਕੁੰਮੀ ਨੇ ਅੰਡੇ ਦਿੱਤੇ ਬਰੇਤੀ ਤੇ, ਆਪ ਪਾਣੀ ਵਿੱਚ ਚਲੇ ਗਈ। ਨਾ ਕੱਛੂ ਕੁੰਮੀ ਪਾਸ ਦੁੱਧ ਚੁੰਘਾਉਣ ਦਾ ਬੱਚਿਆਂ ਨੂੰ ਕੋਈ ਸਾਧਨ ਹੈ, ਬੱਚੇ ਉਸ ਦੇ ਬਰੇਤੀ ਤੇ। ਬਾਹਰ ਪਾਣੀ ਤੋਂ, ਆਪ ਕੁੰਮੀ ਜਲ ਵਿੱਚ। ਕੁੰਮੀ ਜਲ ਮਾਹੇ, ਤਨ ਤਿਸ ਬਾਹਰ, ਬੱਚੇ ਬਾਹਰ। ਪੰਖ ਖੀਰ ਤਿਨ ਨਾਹੀ, ਨਾ ਕੋਈ ਖੰਭ ਨੇ ਲੱਗੇ ਹੋਏ ਬੱਚਿਆਂ ਨੂੰ, ਬਰੇਤੀ ਵਿੱਚੋਂ ਉੱਡ ਕੇ ਉਹ ਪਾਣੀ ਦੇ ਦੂਜੇ ਪਾਰ ਚਲੇ ਜਾਣ ਤੇ ਕੁਝ ਖਾ ਪੀ ਆਵਣ। ਨਾ ਕੁੰਮੀ ਦੇ ਪਾਸ ਦੁੱਧ ਚੁੰਘਾਉਣ ਵਾਸਤੇ ਨਿਰੰਕਾਰ ਨੇ ਥਣ ਦਿੱਤੇ ਹੋਏ ਨੇ। ਲੇਕਿਨ ਬੱਚਿਆਂ, ਕੱਛੂ ਕੁੰਮੀ ਦੇ ਬੱਚਿਆਂ ਨੂੰ ਵੀ ਨਿਰੰਕਾਰ ਪਾਲਦਾ ਹੈ। ਕੁੰਮੀ ਜਲ ਮਾਹੇ, ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਇਸ ਦੇ ਪਿੱਛੇ ਸਿਆਣੇ ਲੋਕ ਆਖਦੇ ਨੇ ਕਿ ਕੱਛੂ ਕੁੰਮੀ ਦੀ ਸੁਰਤੀ ਕੰਮ ਕਰਦੀ ਹੈ। ਇੱਕ ਯਾਦ ਬੱਚਿਆਂ ਨਾਲ ਜੁੜੀ ਹੋਈ ਹੈ ਤੇ ਉਸੇ ਦਾ ਸਦਕਾ ਹੀ ਉਹਨਾਂ ਦੀ ਪਰਵਰਿਸ਼ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਕੁਝ ਐਸਾ ਇਸ਼ਾਰਾ ਆਪਣੇ ਬਚਨਾਂ ਵਿੱਚ ਦਿੱਤਾ ਹੈ ਕਿ ਕੁੰਮੀ ਬੱਚਿਆਂ ਦਾ ਧਿਆਨ, ਅੰਡੇ ਦਾ ਧਿਆਨ ਧਰਦੀ ਹੈ। ਦੂਸਰਾ ਹੈ ਜੀਵ ਕੂੰਜ। ਕੂੰਜ ਦੇ ਬੱਚੇ ਹਜ਼ਾਰਾਂ ਕੋ ਦੂਰ, ਪਰ ਕੂੰਜ ਬੜੀ ਸੁਰਤੀਵਾਨ ਹੈ। ਹਵਾਈ ਜਹਾਜ਼ ਆਕਾਸ਼ ਤੇ ਉੱਡਦੇ ਨੇ, 20 ਜੰਤਰ ਲਾਏ ਹੋਏ ਜੋ ਦੱਸਣ ਇਹ ਈਸਟ ਨੂੰ ਜਾ ਰਿਹਾ ਹੈ, ਵੈਸਟ ਨੂੰ ਜਾ ਰਿਹਾ ਹੈ,
ਕਿਸ ਐਂਗਲ ਤੇ ਜਾ ਰਿਹਾ ਹੈ, ਕਿੰਨੀ ਉਚਾਈ ਤੇ ਹੈ, ਕਿੰਨੀ ਸਪੀਡ ਤੇ ਹੈ। ਪਰ ਨਿਰੰਕਾਰ ਨੇ ਕੂੰਜ ਦੇ ਦਿਮਾਗ ਵਿੱਚ ਹੀ ਇਹ ਸਭ ਕੁਝ ਫਿੱਟ ਕੀਤਾ ਹੋਇਆ ਹੈ। ਹਰ ਸਾਲ ਕੂੰਜਾਂ ਹਜ਼ਾਰਾਂ ਕੋਹ ਦੀ ਉਡਾਰੀ ਭਰ ਕੇ ਦੂਜੇ ਦੇਸ਼ ਪਹੁੰਚ ਜਾਂਦੀਆਂ ਨੇ। ਬੱਚੇ ਪਿੱਛੇ ਨੇ। ਤਿੰਨਾਂ ਦਾ ਇੰਤਜ਼ਾਮ ਵੀ ਸਿਆਣੇ ਲੋਕ ਸੁਰਤੀ ਵਾਲੇ ਆਖਦੇ ਨੇ ਕੂੰਜ ਦੀ ਸੁਰਤ ਕਰਦੀ ਹੈ। ਹਜ਼ਾਰਾਂ ਕੋਹ ਤੋਂ ਉਸ ਦੀ ਸੁਰਤ ਬੱਚਿਆਂ ਦੇ ਪ੍ਰਤੀਪਾਲਨ ਵਿੱਚ ਸਹਿਯੋਗੀ ਹੈ। ਇਸ ਦਾ ਇੱਕ ਖਾਸ ਅਰਥ ਹੈ ਕਿ ਸੁਰਤ ਵਿੱਚ ਬੜੀ ਸ਼ਕਤੀ ਹੈ। ਆਪਣੀ ਸੁਰਤੀ ਨੂੰ ਜਿਸ ਦਿਸ਼ਾ ਵੱਲ ਕੋਈ ਪੂਰਨ ਤੌਰ ਤੇ ਲਗਾ ਲਵੇ, ਦੁਆਰ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ। ਸਾਨੂੰ ਆਪਣੀ ਸੁਰਤੀ ਦਾ ਵੀ ਪ੍ਰਯੋਗ ਕਰਨ ਦੀ ਜਾਚ ਨਹੀਂ। ਸਾਡੀ ਸੁਰਤੀ ਸਭ ਤੋਂ ਪਹਿਲੀ ਗੱਲ ਹੈ ਕਿ ਲੱਖਾਂ ਪਾਸਿਆਂ ਵੱਲ ਖਿੰਡੀ ਹੋਈ ਹੈ। ਲੱਖਾਂ ਸ਼ਬਦ ਮੈਂ ਇੱਕ ਮੁਹਾਵਰੇ ਰੂਪ ਵਿੱਚ ਹੀ ਵਰਤਿਆ ਹੈ। ਭਾਵ ਇਹ ਹੈ ਕਈ ਪਾਸੀਂ ਖਿੰਡੀ ਪੁੰਡੀ ਹੈ। ਪਲ ਵਿੱਚ ਖਿਆਲ ਕਿਤੇ ਹੈ, ਦੂਜੇ ਪਲ ਖਿਆਲ ਕਿਤੇ ਹੈ। ਅਸੀਂ ਕੋਈ ਬਹੁਤ ਸੁਰਤੀਵਾਨ ਬਣ ਨਹੀਂ ਸਕੇ ਕਿ ਇੱਕ ਸੁਰਤ ਨਿਰੰਕਾਰ ਵੱਲ ਹੀ ਬਣ ਜਾਏ। ਚਾਹੁੰਦੇ ਜ਼ਰੂਰ ਹਾਂ ਕਿ ਨਿਰੰਕਾਰ ਦੀਆਂ ਬਖਸ਼ਾਂ ਸਾਰੀਆਂ ਹਾਸਲ ਹੋਣ, ਪਰ ਸੁਰਤ ਤਾਂ ਕਿਤੇ ਹੋਰ ਘੁੰਮਦੀ ਹੈ। ਹਾਸਲ ਉਹੀ ਕੁਝ ਕਰਨਾ ਹੈ, ਉੱਥੋਂ ਹੀ ਕੁਝ ਕਰ ਸਕਣਾ ਹੈ ਜਿੱਥੇ ਘੁੰਮ ਰਹੇ ਹਾਂ। ਜੇ ਸੁਰਤ ਨੇ ਕੁਝ ਹਾਸਲ ਕਰਨਾ ਹੈ ਤੇ ਸੁਰਤ ਨੂੰ ਠੀਕ ਟਿਕਾਣੇ ਤੇ ਆਉਣਾ ਪਵੇਗਾ। ਪਰ ਇਹਨਾਂ ਚੌਹਾਂ ਸ਼ਲੋਕਾਂ ਵਿੱਚ ਕਬੀਰ ਜੀ ਨੇ ਸਾਡੀ ਸੁਰਤ ਦਾ ਜ਼ਿਕਰ ਕੀਤਾ ਹੈ ਕਿ ਇਹ ਮਾਇਆ ਦੀ ਮਮਤਾ ਵਿੱਚ ਹੀ ਲੱਗੀ ਹੋਈ ਹੈ ਤੇ ਮਾਇਆ ਦੇ ਰੂਪ ਨੇ ਅਨੇਕ। ਕਿਧਰੇ ਕਾਮ ਵਾਸਨਾ ਜਾਗੀ, ਇਹ ਰੂਪ ਦੀ ਦੀਵਾਨੀ ਸੁਰਤ ਬਣ ਗਈ। ਕਿਧਰੇ ਕਿਸੇ ਅਮੀਰ ਦਾ ਠਾਠ ਬਾਠ ਦੇਖਿਆ, ਉਸ ਚਮਕ ਨੇ ਮੋਹਿਆ, ਇਹ ਚਾਰ ਛਿੱਲੜਾਂ ਦੇ ਪਿੱਛੇ ਦੌੜ ਉੱਠੀ। ਕਿਧਰੇ ਕਿਸੇ ਵਿਅਕਤੀ ਨੂੰ ਰਾਜਨੀਤਿਕ ਪਦਵੀ ਤੇ ਬੈਠਿਆਂ ਡਿੱਠਾ, ਲੋਕ ਹਾਰ ਪਾ ਰਹੇ ਹਨ, ਉਧਰ ਨੂੰ ਸੁਰਤ ਦੌੜ ਉੱਠੀ, ਮੇਰਾ ਵੀ ਮਾਣ ਇੰਝ ਹੋਵੇ। ਇੱਕ ਵਾਰ ਵੀ ਨਾ ਸੋਚਿਆ ਜਿਹੜੇ ਅੱਜ ਇਸ ਤੇ ਫੁੱਲ ਸੁੱਟ ਰਹੇ ਨੇ ਕਦ ਗੰਦੇ ਸੜੇ ਆਂਡੇ ਟਮਾਟਰ ਵੀ ਸੁੱਟਣਗੇ ਕੋਈ ਪਤਾ ਨਹੀਂ। ਪੋਲੀਟੀਸ਼ੀਅਨ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਉਹ ਫਿਰ ਵੀ ਮੁਸਕਰਾਉਂਦਾ। ਲੇਕਿਨ ਦੇਖਣ ਵਾਲੇ ਦੀ ਸੁਰਤ ਜਿੱਧਰ ਦੀ ਚਮਕ ਦਮਕ ਦੇਖਦਾ ਹੈ ਉਧਰ ਨੂੰ ਖਿੰਡ ਪੁੰਡ ਜਾਂਦੀ ਹੈ। 4 ਸ਼ਲੋਕਾਂ ਵਿੱਚ ਕਬੀਰ ਜੀ ਨੇ 4 ਮਿਸਾਲਾਂ ਦਿੱਤੀਆਂ, ਪਰ ਜੋ ਮਿਸਾਲਾਂ ਦਿੱਤੀਆਂ ਉਹ ਕੁਦਰਤ ਦਾ ਇੱਕ ਸਿਸਟਮ ਸੀ। ਮਨੁੱਖ ਨੇ ਖੁਦ ਸਿਸਟਮ ਖਰਾਬ ਕੀਤਾ ਹੋਇਆ ਹੈ, ਇਹ ਇਸ ਵਿੱਚ ਫਰਕ ਹੈ। ਕਬੀਰ ਜੀ ਪਹਿਲੀ ਮਿਸਾਲ ਦਿੰਦੇ ਨੇ ਕੂੰਜ ਦੀ। ਬਾਣੀ ਅੰਦਰ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਜ਼ਿਕਰ ਆਇਆ ਹੈ। ਜੈਸੇ ਗਗਨ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ, ਜਿਵੇਂ ਆਕਾਸ਼ ਵਿੱਚ ਉੱਡਦੀ ਫਿਰਦੀ ਹੈ ਚਿੱਟੇ ਕੱਪੜਿਆਂ ਵਾਲੀ, ਚਿੱਟੇ ਪਰਾਂ ਵਾਲੀ, ਚਿੱਟੇ ਰੰਗ ਵਾਲੀ ਕੂੰਜ। ਉਹ ਰੱਖ ਹੈ ਚੀਤ ਪੀਛੈ ਵਿੱਚ ਬਚਰੇ, ਨਿਤ ਹਿਰਦੈ ਸਾਰ ਸੰਭਾਲੀ। ਉਸ ਨੇ ਆਪਣੀ ਸੁਰਤ ਦਾ ਝੁਕਾਅ ਇੱਕ ਯਾਦ ਆਪਣੇ ਬੱਚਿਆਂ ਵੱਲ ਬਣਾਈ ਹੋਈ ਹੈ। ਨਿਤ ਯਾਦ ਨੇ ਉਸ ਨੂੰ। ਹਜ਼ਾਰਾਂ ਕੋਹ ਜਾਂਦੀ ਕੂੰਜ ਵਾਪਸ ਆਉਂਦੀ ਰਸਤਾ ਨਹੀਂ ਭੁੱਲਦੀ, ਆਪਣੇ ਟਿਕਾਣੇ ਪਹੁੰਚਦੀ ਹੈ ਅਗਰ ਜ਼ਿੰਦਾ ਰਹੇ। ਉਹ ਰੱਖ ਹੈ ਚੀਤ ਪੀਛੇ ਵਿੱਚ ਬਚਰੇ,
ਨਿਤ ਹਿਰਦੈ ਸਾਰ ਸੰਭਾਲੀ। ਇਨਸਾਨ ਦੀ ਅਵਸਥਾ ਜਿਸ ਵੇਲੇ ਕਬੀਰ ਜੀ ਨੇ ਦੇਖੀ, ਉਹਨਾਂ ਆਖਿਆ ਹੱਦ ਹੋ ਗਈ। ਕੂੰਜ ਗਈ ਦੂਰ ਉਡਾਰੀ ਭਰ ਕੇ, ਚੋਗਾ ਵੀ ਚੁਗਿਆ, ਚੇਤੇ ਵੀ ਰੱਖਿਆ ਬੱਚਿਆਂ ਨੂੰ। ਚੋਗਾ ਚੁਗਣਾ ਤੇ ਚੇਤੇ ਰੱਖਣਾ ਦੋਵੇਂ ਗੱਲਾਂ ਉਸ ਵਿੱਚ ਸ਼ਾਮਲ ਰਹੀਆਂ ਸੁਰਤ ਵਿੱਚ। ਕਬੀਰ ਚੁਗੈ ਚਿਤਾਰੈ ਵੀ ਚੁਗੈ, ਚੁਗ ਚੁਗ ਚਿਤਾਰੇ। ਤੇ ਭੋਜਨ ਚੋਗਾ ਚੁਗਦਿਆਂ ਚੁਗਦਿਆਂ ਚੇਤੇ ਨੂੰ ਬਣਾਈ ਰੱਖਿਆ। ਉਸਨੇ ਆਪਣੇ ਮਨ ਵਿੱਚੋਂ ਬੱਚਿਆਂ ਨੂੰ ਭੁਲਾਇਆ ਨਹੀਂ। ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾਰੇ, ਇਉਂ ਸਾਡਾ ਮਨ ਚੋਗ ਚੁਗਦਿਆਂ ਚੁਗਦਿਆਂ ਵੀ, ਕਿਰਤ ਵਿਰਤ ਕਰਦਿਆਂ ਵੀ ਮਾਇਆ ਵਿੱਚ, ਤੇ ਕਰਤਾਰ ਕਰਤਾਰ ਕਰਦਿਆਂ ਵੀ ਮਾਇਆ ਵਿੱਚ। ਮਾਲਕ ਨੂੰ ਵੀ ਆਰਾਧਿਆ ਕਿ ਮਾਇਆ ਹੋਰ ਮਿਲੇ। ਸੁਰਤ ਕਿੱਥੇ ਹੈ? ਕਬੀਰ ਜੀ ਕਹਿੰਦੇ ਹਨ, ਇਸ ਮਨੁੱਖ ਦਾ ਮਨ ਕੁਝ ਇਸ ਤਰ੍ਹਾਂ ਹੈ, ਹਜ਼ਾਰਾਂ ਕੋ ਦੂਰ ਚਲਾ ਜਾਏ, ਜਿੱਥੇ ਮਰਜ਼ੀ ਭ੍ਰਮਣ ਕਰ ਆਵੇ, ਸੁਰਤੀ ਇਸ ਦੀ ਮਾਇਆ ਵਿੱਚ ਹੀ ਲੱਗੀ ਹੋਈ ਹੈ। ਇਹ ਮਾਇਆ ਨੇ ਚਿੱਤ ਨੂੰ ਜਿਵੇਂ ਕਾਬੂ ਵਿੱਚ ਕਰ ਲਿਆ ਹੋਵੇ। ਗਿਆ ਬੜੀ ਦੂਰ, ਤੀਰਥਾਂ ਤੇ ਚਲਾ ਗਿਆ। ਸੁਰਤ ਫਿਰ ਮਾਲਕ ਵੱਲ ਨਹੀਂ, ਮਾਇਆ ਵੱਲ ਹੈ। ਮਾਇਆ ਕਮਾਉਣੀ ਬੁਰੀ ਨਹੀਂ, ਪਰ ਸੁਰਤ ਵਿੱਚ ਕੇਵਲ ਮਾਇਆ ਨੂੰ ਵਸਾ ਲੈਣਾ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਮਾਇਆ ਨੇ ਚੋਗਾ ਖਿਲਾਰ ਕੇ ਤੇ ਜਾਲ ਵਿਛਾ ਰੱਖਿਆ ਹੈ। ਚੋਗ ਚੁਗਣਾ ਪੰਛੀ ਦਾ ਕੰਮ ਹੈ। ਚੋਗ ਦੀ ਜ਼ਰੂਰਤ ਹੈ, ਪੇਟ ਭਰਨਾ ਹੈ। ਦੌਲਤ ਗੁਜ਼ਰਾਨ ਹੈ, ਗੁਜ਼ਾਰੇ ਲਈ ਜ਼ਰੂਰਤ ਹੈ, ਇਸ ਦੀ ਹਰ ਹਾਲਤ ਵਿੱਚ ਜ਼ਰੂਰਤ ਹੈ। ਦੁਨੀਆ ਦੇ ਕੰਮ ਧੰਦੇ ਚਲਾਉਣ ਵਾਸਤੇ ਇਸ ਦੀ ਲੋੜ ਹੈ। ਲੇਕਿਨ ਚੋਗ ਦੇ ਨਾਲ ਜਾਲ ਵਿਛਿਆ ਪਿਆ ਹੈ। ਚੋਗ ਚੁਗਣ ਗਿਆ ਪੰਛੀ ਜੇ ਜਾਲ ਵਿੱਚ ਫਸ ਗਿਆ, ਜ਼ਿੰਦਗੀ ਗੁਆ ਬੈਠਾ। ਚੋਗ ਚੁਗੀਏ, ਮਿਹਨਤ ਕਰੀਏ, ਮੁਸ਼ੱਕਤ ਕਰੀਏ, ਦੌਲਤ ਕਮਾਈਏ, ਉਸ ਨੂੰ ਭੋਗੀਏ, ਇਹ ਤਾਂ ਮੁਬਾਰਕ, ਇਸ ਵਿੱਚ ਕੋਈ ਵੀ ਬੁਰਾਈ ਨਹੀਂ। ਲੇਕਿਨ ਇਸ ਦੇ ਜਾਲ ਵਿੱਚ ਫਸ ਜਾਣਾ, ਇਹ ਫਸਦਾ ਤਾਂ ਹੈ ਤ੍ਰਿਸ਼ਨਾ ਪੰਖੀ ਫਾਸਿਆ। ਜਿਸ ਵੇਲੇ ਤ੍ਰਿਸ਼ਨਾ ਕਰ ਬੈਠਦਾ ਹੈ, ਉਸ ਵੇਲੇ ਇਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ। ਫਿਰ ਨਿਕਲਿਆ ਨਹੀਂ ਜਾਂਦਾ, ਜ਼ਿੰਦਗੀ ਮੁੱਕ ਜਾਂਦੀ ਹੈ। ਜੋ ਪੰਛੀ ਜਾਲ ਵਿੱਚ ਫਸ ਗਿਆ, ਉਹ ਜ਼ਿੰਦਗੀ ਗਵਾ ਬੈਠਾ, ਸ਼ਿਕਾਰੀ ਦੇ ਕਾਬੂ ਆ ਗਿਆ। ਇਉਂ ਹੀ ਇਹ ਚੋਗ ਚੁਗਦੇ ਚੁਗਦੇ ਅਗਰ ਤ੍ਰਿਸ਼ਨਾ ਦੇ ਕਾਰਨ ਮਾਇਆ ਦੇ ਜਾਲ ਵਿੱਚ ਫਸ ਗਏ, ਤਾਂ ਜ਼ਿੰਦਗੀ ਅਸੀਂ ਵੀ ਗਵਾ ਲਵਾਂਗੇ। ਇਸ ਪੱਖ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਹੈ, ਮੋਹਨੀ ਮੋਹਤ ਰਹਿ ਨਾ ਹੋਰੀ, ਰੁਕਦੀ ਨਹੀਂ। ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂ ਤੋਰੀ। ਆਮ ਬੰਦੇ ਦੀ ਗੱਲ ਛੱਡੋ, ਸਾਧਨਾ ਕਰਨ ਵਾਲੇ ਸਿੱਧ ਸਾਧਕ, ਉਹ ਵੀ ਇਸੇ ਦੇ ਪਿਆਰ ਵਿੱਚ ਉਲਝ ਗਏ ਹਨ। ਖਟ ਸ਼ਾਸਤਰ ਉਚਰਤ ਰਸਨਾਗਰ, ਤੀਰਥ ਗਵਨ ਨਾ ਥੋਰੀ। 6 ਸ਼ਾਸਤਰਾਂ ਨੂੰ ਜਾਣਨ ਵਾਲੇ ਔਰ ਜ਼ਬਾਨੀ ਰਸਨਾ ਤੋਂ ਉਚਾਰ ਦੇਣ ਵਾਲੇ ਵੀ, ਤੀਰਥਾਂ ਤੇ ਭ੍ਰਮਣ ਕਰਨ ਵਾਲੇ ਵੀ ਇਸ ਦੇ ਜਾਲ ਵਿੱਚ ਫਸੇ ਹੋਏ ਦੇਖੇ।
ਮਨ ਮਾਇਆ ਮਮਤਾ ਰੇ। ਪੂਜਾ ਚੱਕਰ ਵਰਤ ਨੇਮ ਤਪੀਆ, ਊਹਾਂ ਗੈਲ ਨ ਛੋਰੀ। ਪੂਜਾ ਕਰਦੇ ਪੁਜਾਰੀ ਜਾਪਦੇ ਨੇ, ਤਰ੍ਹਾਂ ਤਰ੍ਹਾਂ ਦੇ ਤਿਲਕ ਲਗਾਉਂਦੇ ਹਨ, ਵਰਤ ਸਾਧਦੇ ਨੇ, ਨੇਮ ਨਿਭਾਉਂਦੇ ਨੇ, ਤਪ ਕਰਦੇ ਨੇ, ਪਰ ਮਾਇਆ ਮਮਤਾ ਰੇ ਜੋ ਕਬੀਰ ਜੀ ਆਖਦੇ ਨੇ ਉਹ ਇੱਥੇ ਵੀ ਬਣੀ ਹੋਈ ਹੈ। ਤੇ ਜਿੱਥੇ ਇਸ ਦਾ ਪ੍ਰਭਾਵ, ਮਾਇਆ ਦਾ ਪ੍ਰਭਾਵ ਪੈ ਜਾਏ, ਗਲਬਾ ਪੈ ਜਾਏ, ਉੱਥੇ ਮਾਲਕ ਭੁੱਲ ਜਾਂਦਾ ਹੈ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਕਿੰਚਿਤ ਪ੍ਰੀਤ ਨ ਉਪਜੈ, ਜਨ ਕਉ ਜਨ ਕਹਾਂ ਕਰਹਿ ਬੇਚਾਰੇ। ਇਹ ਜੀਵ ਵਿਚਾਰੇ ਕੀ ਕਰਨ? ਇਹ ਜਾਲ ਵਿੱਚ ਫਸ ਗਏ ਨੇ। ਕਬੀਰ ਜੀ ਕਹਿੰਦੇ ਨੇ, ਹਜ਼ਾਰਾਂ ਕੋਹ ਤੇ ਫਿਰਦਿਆਂ ਹੋਇਆਂ ਵੀ ਜਿਵੇਂ ਕੂੰਜ ਦਾ ਮਨ ਬੱਚਿਆਂ ਵੱਲ ਹੀ ਲੱਗਾ ਹੋਇਆ ਹੈ, ਇਸ ਤਰ੍ਹਾਂ ਮਨੁੱਖ ਭਾਵੇਂ ਫਿਰਦਾ ਤੀਰਥਾਂ ਤੇ ਹੀ ਕਿਉਂ ਨਾ ਹੋਵੇ, ਹਜ਼ਾਰਾਂ ਕੋਹ ਦੇ ਪੈਂਡੇ ਤੈਅ ਕਰ ਆਵੇ, ਮਨ ਮਾਇਆ ਮਮਤਾ ਵਿੱਚ ਹੀ ਉਲਝਿਆ ਹੋਇਆ ਹੈ। ਧਰਮ ਅਸਥਾਨ ਲੋਕ ਜਾਣ ਤੀਰਥ ਸਮਝ ਕੇ, ਜਗਨਨਾਥਪੁਰੀ ਆਰਤੀ ਉਤਾਰਨ ਦਾ ਦ੍ਰਿਸ਼ ਤਾਂ ਬੜਾ ਮਨਮੋਹਕ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਗਏ। ਇੱਥੇ ਇੱਕ ਪੰਡਿਤ ਡਿੱਠਾ ਜੋ ਪਾਖੰਡ ਕਰਕੇ ਬੈਠਾ ਹੈ। ਇਸਨੇ ਧਰਮ ਨੂੰ ਇੱਕ ਦੁਕਾਨ ਬਣਾ ਲਿਆ ਹੈ, ਸਮਾਧੀ ਲਾ ਕੇ ਬੈਠਾ ਹੈ। ਸ਼ਰਧਾ ਵਾਲੇ ਲੋਕ ਜਿਨ੍ਹਾਂ ਨੂੰ ਸੱਚ ਦੀ ਪਰਖ ਨਹੀਂ, ਸ਼ਰਧਾ ਅੰਧੀ ਹੈ, ਉਹ ਆਲੇ ਦੁਆਲੇ ਇਕੱਠੇ ਹੋ ਗਏ ਨੇ। ਸਤਿਗੁਰੂ ਜੀ ਵੀ ਪਹੁੰਚ ਗਏ, ਭਾਈ ਮਰਦਾਨਾ ਜੀ ਵੀ ਨਾਲ। ਇਸਨੇ ਇੱਕ ਕਰਵਾ ਰੱਖਿਆ ਹੋਇਆ ਹੈ ਜਿਸ ਵਿੱਚ ਲੋਕ ਭੇਟਾ ਰੱਖ ਰਹੇ ਹਨ। ਇਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਨੇਤਰ ਖੋਲ੍ਹਦਾ ਹੈ, ਤੱਕ ਲੈਂਦਾ ਹੈ ਤੇ ਫਿਰ ਗਰਦਨ ਉਤਾਂ ਉਠਾ ਕੇ ਆਕਾਸ਼ ਵੱਲ ਮੁਖ ਕਰਕੇ ਆਖਦਾ ਹੈ, ਵਾਹ ਵਾਹ, ਵਿਸ਼ਨੂੰ ਭਗਵਾਨ ਬੈਠੇ ਨੇ, ਲక్ష్ਮੀ ਤਲੀਆਂ ਝੱਸ ਰਹੀ ਹੈ, ਮੈਂ ਵਿਸ਼ਨੂਪੁਰੀ ਪਹੁੰਚ ਗਿਆ ਹਾਂ। ਲੋਕ ਉਹ ਦ੍ਰਿਸ਼ ਦਾ ਵਰਣਨ ਸੁਣ ਕੇ ਪ੍ਰਸੰਨ ਹੁੰਦੇ ਨੇ, ਕਿੱਡੀ ਪਹੁੰਚੀ ਹੋਈ ਹਸਤੀ ਹੈ। ਇਹ ਕਲਯੁਗ ਨਾਂ ਦਾ ਪੰਡਾ ਅੱਖ ਖੋਲ ਕੇ ਕੋਈ ਵਿਸ਼ਨੂੰ ਭਗਵਾਨ ਨੂੰ ਤੱਕਣ ਵਾਲਾ ਨਹੀਂ, ਆਪਣਾ ਲੋਟਾ ਦੇਖਦਾ ਹੈ, ਦੌਲਤ ਕਿੰਨੀ ਕੁ ਆ ਗਈ। ਜਦੋਂ ਅੱਖਾਂ ਬੰਦ ਕਰਕੇ ਫਿਰ ਇਹ ਸਮਾਧੀ 'ਚ ਟਿਕਿਆ ਲੱਗਾ, ਬਾਬਾ ਜੀ ਨੇ ਮਲਕੜੇ ਜਿਹੇ ਉਹ ਲੋਟਾ ਇਸ ਦੇ ਪਿੱਛੇ ਰੱਖ ਦਿੱਤਾ ਚੁੱਕ ਕੇ। ਅੱਖਾਂ ਇਸ ਦਫਾ ਖੁੱਲ੍ਹਣ ਦੀ ਦੇਰ ਸੀ, ਨਿਗਾਹ ਤੇ ਉੱਥੇ ਜਾਂਦੀ ਸੀ ਕਿ ਲੋਟਾ ਗਾਇਬ। ਹੁਣ ਵਿਸ਼ਨੂੰ ਭਗਵਾਨ ਭੁੱਲ ਗਏ। ਸਾਰਿਆਂ ਨੂੰ ਦਿਖਾਈ ਦਿੱਤਾ ਕਿ ਚਿਹਰੇ ਦਾ ਰੰਗ ਬਦਲ ਗਿਆ ਹੈ। ਕਿਸ ਦੁਸ਼ਟ ਨੇ ਮੇਰਾ ਲੋਟਾ ਚੁੱਕਿਆ ਹੈ? ਸਤਿਗੁਰੂ ਜੀ ਨੇ ਜਵਾਬ ਦਿੱਤਾ, ਪੰਡਿਤ ਜੀ, ਆਪ ਦੀ ਦ੍ਰਿਸ਼ਟੀ ਤਾਂ ਵਿਸ਼ਨੂੰ ਪੁਰੀ ਤੱਕ, ਬੈਕੁੰਠ ਤੱਕ ਜਾਂਦੀ ਹੈ, ਤੇ ਲੋਟਾ ਕੋਈ ਦੂਰ ਥੋੜ੍ਹੀ ਹੋਣਾ ਹੈ, ਲਾਓ ਸਮਾਧੀ ਤੇ ਲੱਭ ਲਓ। ਇਹ ਤਿਲ ਮਿਲਾ ਉੱਠਿਆ, ਲੋਕ ਹੱਸ ਪਏ। ਲੋਟਾ ਪਿੱਛੇ ਪਿਆ ਨਾ ਦਿਸਿਆ, ਧਿਆਨ ਕੇਵਲ ਮਾਇਆ ਵਿੱਚ ਸੀ। ਤੀਰਥਾਂ ਤੇ ਜਾ ਕੇ ਵੀ ਇਹ ਮਨੁੱਖ ਦੀ ਸੁਰਤੀ ਬਿਰਤੀ ਮਾਇਆ ਦੀ ਮਮਤਾ ਵਿੱਚ ਰਹਿ ਸਕਦੀ ਹੈ। ਕਬੀਰ ਜੀ ਕਹਿੰਦੇ ਨੇ, ਜਿਵੇਂ ਕੂੰਜ ਚੁਗਦੀ, ਉਸ ਨੂੰ ਤਾਂ ਕੁਦਰਤ ਨੇ ਇੱਕ ਖੂਬੀ ਦਿੱਤੀ ਸੀ, ਪਰ ਮਿਸਾਲਾਂ ਸੰਸਾਰ ਵਿੱਚੋਂ ਖੋਜ ਕੇ ਉਸ ਦਾ ਕੋਈ ਨਾ ਕੋਈ ਪਹਿਲੂ ਲੈ ਕੇ ਮਨੁੱਖ ਨੂੰ ਸਮਝਾਉਣਾ ਪੈਂਦਾ ਹੈ।
ਉਸ ਦੀ ਸੁਰਤ ਦਾ ਪਹਿਲੂ ਲਿਆ ਹੈ ਕਿ ਹਜ਼ਾਰਾਂ ਮੀਲਾਂ ਤੇ ਚੁਗਦੀ ਹੋਈ ਸੁਰਤੀ ਪਿੱਛੇ ਕੁਟੰਬ ਦੇ ਮੋਹ ਵਿੱਚ ਹੈ। ਇਨਸਾਨ ਦੀ ਬਿਰਤੀ ਮਾਇਆ ਦੀ ਮਮਤਾ ਵਿੱਚ ਹੈ। ਜਿਵੇਂ ਕੂੰਜ ਨੂੰ ਬੱਚੇ ਚੇਤੇ ਨੇ, ਇਉਂ ਆਦਮੀ ਨੂੰ ਕੇਵਲ ਮਾਇਆ ਹੀ ਚੇਤੇ ਰਹਿ ਗਈ ਹੈ, ਮਾਲਕ ਨਹੀਂ। ਜੈਸੇ ਬਚ ਰਹਿ ਕੂੰਜ ਮਨ ਮਾਇਆ ਮਮਤਾ ਰੇ। ਇਸ ਤੋਂ ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਅੰਬਰ ਕਨ ਹਰ ਛਾਇਆ, ਬਰਖ ਭਰੇ ਸਰ ਤਾਲ, ਚਾਤਰਿਕ ਜਿਉ ਤਰਸਤ ਰਹਿ ਤਿਨ ਕੋ ਕੌਣ ਹਵਾਲ। ਮਨੁੱਖ ਦੇ ਮਨ ਅੰਦਰ ਮਾਇਆ ਦੀ ਮਲਕੀਅਤ ਦੀ ਤਾਂਘ ਮਮਤਾ ਜਿਵੇਂ ਬਣੀ ਹੋਈ ਸੀ, ਕੂੰਜ ਦੀ ਸੁਰਤੀ ਦੀ ਮਿਸਾਲ ਦੇ ਕੇ ਕਬੀਰ ਜੀ ਨੇ ਸਾਨੂੰ ਸਮਝਾਇਆ। ਉੱਥੇ ਦੂਜੀ ਮਿਸਾਲ ਦੇ ਰਹੇ ਨੇ, ਆਕਾਸ਼ ਤੇ ਬਦਲੀਆਂ ਖੂਬ ਛਾਈਆਂ ਹੋਈਆਂ, ਬਰਸਾਤ ਵੀ ਖੂਬ ਪਈ, ਤੇ ਇਸ ਬਰਸਾਤ ਦਾ ਸਦਕਾ ਸਭ ਨੀਵੇਂ ਥਾਂ ਪਾਣੀ ਹੀ ਪਾਣੀ ਹੋ ਗਿਆ। ਸਰੋਵਰ ਭਰ ਗਏ, ਛੱਪੜ ਭਰ ਗਏ, ਨਦੀਆਂ ਵਿੱਚ ਪਾਣੀ ਦੇ ਉਛਾਲ ਆ ਗਏ, ਲੇਕਿਨ ਪਪੀਹਾ ਅਜੇ ਵੀ ਤਰਸਦਾ ਹੈ। ਦੋ ਪਹਿਲੂ ਨੇ ਪਪੀਹੇ ਦੀ ਜ਼ਿੰਦਗੀ ਦੇ, ਜੋ ਵਿਸ਼ੇਸ਼ ਤੌਰ ਤੇ ਬਾਣੀ ਅੰਦਰ ਬਿਆਨ ਕੀਤੇ ਗਏ ਨੇ। ਇੱਕ ਜਦੋਂ ਪ੍ਰੀਤ ਦਾ ਸਬਕ ਦੇਣਾ ਸੀ, ਉਸ ਵੇਲੇ ਵੀ ਪਪੀਹੇ ਦੀ ਮਿਸਾਲ ਲਈ ਗਈ ਹੈ ਕਿ ਉਸ ਦੀ ਪ੍ਰੀਤ ਸਵਾਂਤੀ ਬੂੰਦ ਨਾਲ ਹੈ। ਲੱਖ ਸਰੋਵਰ ਭਰ ਜਾਣ, ਉਹ ਤ੍ਰਿਪਤ ਨਹੀਂ। ਕੰਠ ਰਾਹੀਂ ਉਸਨੇ ਪੀਣੀ ਹੈ ਸਵਾਂਤੀ ਬੂੰਦ, ਉਹ ਸਵਾਂਤੀ ਨਕਸ਼ਤਰ ਵਿੱਚ ਬਰਸਦੀ ਹੈ, ਤਾਂ ਉਹ ਤ੍ਰਿਪਤ ਹੁੰਦਾ ਹੈ। ਇੱਕ ਦੂਜਾ ਪਾਸਾ ਵੀ ਕਬੀਰ ਜੀ ਨੇ ਸਨਮੁਖ ਰੱਖਿਆ ਸਾਡੇ, ਕਿ ਬਰਸਾਤਾਂ ਪੈਣ, ਹਰ ਜੀਵ ਪ੍ਰਸੰਨ ਹੋ ਜਾਏ। ਮੋਰਾਂ ਤੇ ਪਹਿਲਾਂ ਪਾਈਆਂ ਹੀ ਗੀਤ ਗਾਏ ਹੀ, ਬਨਸਪਤੀ ਮੌਲ ਉੱਠੀ, ਡੱਡੂ ਵਰਗੇ ਜੀਵ ਵੀ ਗੀਤ ਗਾਉਣ ਲੱਗ ਪਏ। ਪਰ ਇਸ ਸਾਰੇ ਖੁਸ਼ੀਆਂ ਦੇ ਮਾਹੌਲ ਵਿੱਚ ਵੀ ਵਿਚਰਦਾ ਹੋਇਆ ਪਪੀਹਾ ਅਜੇ ਕੂਕਦਾ ਹੈ, ਰੋਂਦਾ ਹੈ, ਤੜਪਦਾ ਹੈ। ਮੰਦਾ ਹਾਲ ਹੈ ਉਸਦਾ। ਚਾਤਰਿਕ ਜਿਉ ਤਰਸਤ ਰਹਿ ਤਿਨ ਕੋ ਕੌਣ ਹਵਾਲ। ਪਾਣੀ ਚਾਰ ਚਫੇਰੇ ਸੀ, ਪਿਆਸ ਬੁਝਾਈ ਜਾ ਸਕਦੀ ਸੀ, ਪਰ ਪਪੀਹਾ ਤੜਪਦਾ ਹੈ। ਨਿਰੰਕਾਰ ਕੋਈ ਦੂਰ ਨਹੀਂ, ਪਰਮਾਤਮਾ ਹਰ ਪਾਸੇ ਰਮਿਆ ਹੋਇਆ ਹੈ, ਲੇਕਿਨ ਮੋਹ ਮਾਇਆ ਵਿੱਚ, ਮਮਤਾ ਵਿੱਚ ਫਸੇ ਹੋਏ ਇਹ ਜੀਵ ਕੋਈ ਪਿਆਸ ਨਹੀਂ ਬੁਝਾ ਰਹੇ। ਸ੍ਰਿਸ਼ਟੀ ਵਿੱਚ ਵਿਆਪਕ ਉਸ ਪਰਮਾਤਮਾ ਦਾ ਦਰਸ਼ਨ ਨਹੀਂ ਕਰਦੇ। ਚਲੋ ਪਪੀਹੇ ਦੀ ਤਾਂ ਇੱਕ ਕਮਜ਼ੋਰੀ ਵੀ ਮੰਨ ਸਕਦੇ ਹਾਂ ਕਿ ਜਦ ਸਵਾਂਤੀ ਨਕਸ਼ਤਰ ਵੇਲੇ ਬੂੰਦ ਬਰਸੇਗੀ ਤਾਂ ਪੀਵੇਗਾ। ਸਵਾਂਤੀ ਉਸ ਦੇ ਪਾਸ ਨਹੀਂ, ਪਾਣੀ ਬਹੁਤ ਹੈ, ਸਵਾਂਤੀ ਬੂੰਦ ਨਹੀਂ, ਪਰ ਪਰਮਾਤਮਾ ਤਾਂ ਪਾਸ ਹੀ ਹੈ। ਉਹ ਤਾਂ ਕਦੀ ਦੂਰ ਹੋਇਆ ਹੀ ਨਹੀਂ। ਉਸ ਲਈ ਕਿਸੇ ਖਾਸ ਮੁਹੂਰਤ ਦੀ, ਸਮੇਂ ਸਥਾਨ ਦੀ ਜ਼ਰੂਰਤ ਨਹੀਂ ਕਿ ਉਹ ਤਦ ਹੀ ਮਿਲੇਗਾ ਜਦ ਖਾਸ ਸਮਾਂ ਹੋਵੇਗਾ ਤਾਂ ਉਸ ਦੀ ਵਰਖਾ ਹੋਵੇਗੀ। ਹਰ ਵੇਲੇ, ਹਰ ਥਾਂ, ਹਰ ਰੂਪ ਵਿੱਚ ਵਿਆਪਕ ਉਸ ਨਿਰੰਕਾਰ ਨੂੰ ਵੀ ਮਨੁੱਖ ਪਹਿਚਾਣ ਨਾ ਸਕਿਆ ਤੇ ਮਾਇਆ ਮਮਤਾ 'ਚ ਹੀ ਫਸਿਆ ਹੋਇਆ ਉਸ ਦੇ ਦਰਸ਼ਨ ਤੋਂ ਵਾਂਝਾ ਰਹਿ ਗਿਆ, ਕਿਉਂਕਿ ਸੁਰਤ ਹੋਰ ਪਾਸੇ ਸੀ। ਤੇ ਇਹ ਸੁਰਤ ਜਿਸ ਪਾਸੇ ਮਾਇਆ ਮਮਤਾ ਵਿੱਚ ਲਾਈ,
ਉਹ ਕੰਮ ਵੀ ਨਾ ਆਈ। ਅੰਤਕਾਲ ਖਾਲੀ ਜਹਾਨ ਤੋਂ ਇਹ ਜੀਵ ਤੁਰ ਜਾਂਦਾ ਹੈ। ਮਾਇਆ ਮਮਤਾ ਵਿੱਚ ਫਸਿਆ, ਮਾਇਆ ਮਮਤਾ ਰੇ ਸੁਰਤ ਉੱਥੇ। ਇਸ ਨੇ ਸਾਥ ਨਾ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਿਸਾਲਾਂ ਦੇ ਦੇ ਕੇ ਸਮਝਾਇਆ ਹੈ ਕਿ ਇਹ ਕਿਸੇ ਦਾ ਸਾਥ ਨਹੀਂ ਦਿੰਦੀ। ਮੂੜਤਾ ਹੈ ਕੇਵਲ ਇਸ ਦੇ ਦੀਵਾਨੇ ਬਣ ਜਾਣਾ। ਜੈਸੇ ਮਧੁਮਾਖੀ ਸੀਂਚ ਸੀਂਚ ਕੈ ਇਕੱਤਰ ਕਰੈ, ਹਰੈ ਮਧ ਆਏ ਤਾਕੈ ਮੁਖ ਛਾਰ ਡਾਰ ਕੈ। ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੋਂ ਜਾ ਕੇ ਰਸ ਚੂਸ ਕੇ ਲਿਆਈ। ਮੈਂ ਆਪਣਾ ਘਰ ਮਿਠਾਸ ਨਾਲ ਭਰ ਲੈਣਾ। ਇੱਕ ਇੱਕ ਕਣ ਚੁਗ ਕੇ ਉਸਨੇ ਆਪਣੇ ਛੱਤੇ ਵਿੱਚ ਲਿਆਂਦਾ। ਹਰ ਮੱਖੀ ਲੈ ਕੇ ਆਈ। ਇਸ ਕਬੀਲੇ ਨੇ ਛੱਤਾ ਸ਼ਹਿਦ ਨਾਲ ਭਰ ਲਿਆ, ਲੇਕਿਨ ਸ਼ਹਿਦ ਚੋਣ ਵਾਲੇ ਨੇ ਇਸ ਦੇ ਪੱਲੇ ਨਹੀਂ ਕੁਝ ਪੈਣ ਦਿੱਤਾ। ਉਹ ਚੋ ਕੇ ਤੁਰਦਾ ਹੋਇਆ। ਜੈਸੇ ਬੱਛ ਹੇਤ ਗਊ ਸੰਚਿਤ ਹੈ ਛੀਰ, ਤਾਹੇ ਲੇਤ ਹੈ ਅਹੀਰ ਦੋਹੇ ਬਛੜੈ ਬਿਟਾਰ ਕੈ। ਚਰਾਂਦਾਂ ਵਿੱਚ ਚਰਨ ਗਈ ਗਊ ਨੇ ਫਸਲਾਂ ਵਿੱਚ ਮੂੰਹ ਮਾਰਨ ਤੋਂ ਵੀ ਸੰਕੋਚ ਨਾ ਕੀਤਾ। ਖਿਆਲ ਇੱਕ ਸੀ, ਜੇ ਇਹ ਚੰਗੀ ਲਹਿ ਲਹਾਉਂਦੀ ਫਸਲ ਵਿੱਚੋਂ ਕੁਝ ਭੋਜਨ ਮੈਂ ਬਣਾ ਲਵਾਂ ਆਪਣਾ, ਤੇ ਚੰਗਾ ਦੁੱਧ ਪੈਦਾ ਹੋਵੇਗਾ, ਮੇਰਾ ਬੱਚਾ ਪੀਵੇਗਾ। ਕੁਟੰਬ ਦਾ ਮੋਹ ਗਊ ਵਿੱਚ ਵੀ। ਲੇਕਿਨ ਗਵਾਲੇ ਨੇ 2 ਪਲ ਲਈ ਬੱਚੇ ਨੂੰ ਛੱਡਿਆ। ਉਸ ਦੀ ਮਮਤਾ ਵਿੱਚ ਦੁੱਧ ਉਤਰਨ ਦੀ ਦੇਰ ਸੀ, ਚੋ ਕੇ ਗਵਾਲਾ ਲੈ ਗਿਆ। ਤੀਜੀ ਮਿਸਾਲ ਭਾਈ ਸਾਹਿਬ ਨੇ ਦਿੱਤੀ, ਜੈਸੇ ਧਰ ਖੋਦ ਖੋਦ ਕਰ, ਬਿਲ ਸਾਜੈ ਮੂਸਾ, ਪੈਸਤ ਸਰਪ ਧਾਏ, ਖਾਏ ਤਾਹੇ ਮਾਰ ਕੈ। ਜਿਵੇਂ ਕੋਈ ਚੂਹਾ ਬੜੀ ਮਿਹਨਤ ਮੁਸ਼ੱਕਤ ਕਰਕੇ ਆਪਣੀ ਵਰਮੀ ਬਣਾਏ, ਖੁੱਡ ਬਣਾਏ। ਚੂਹਾ ਬੜਾ ਉਦਮੀ ਹੈ ਕੁਤਰ ਕੁਤਰ ਕਰਨ ਵਿੱਚ। ਮਿੱਟੀ ਕੁਤਰ ਕੁਤਰ ਉਸਨੇ ਖੱਡ ਬਣਾ ਲਈ। ਉਸਦੇ ਮੂੰਹ ਵੀ ਇੱਕ ਦੇ ਥਾਂ 2-2 3-3 ਬਣਾ ਲੈਂਦਾ ਹੈ। ਇੱਧਰੋਂ ਆਏ ਦੂਜੇ ਪਾਸੇ ਨਿਕਲ ਜਾਏ। ਲੇਕਿਨ ਸੱਪ ਨੇ ਆਪਣੀ ਵਰਮੀ ਆਪ ਬਣਾਈ ਹੀ ਨਹੀਂ ਕਦੀ। ਆਇਆ ਚੂਹੇ ਨੂੰ ਖਾ ਲਿਆ ਔਰ ਕਬਜ਼ਾ ਕਰ ਲਿਆ ਇਸ ਦੇ ਘਰ 'ਤੇ। ਭਾਈ ਸਾਹਿਬ ਕਹਿੰਦੇ ਨੇ, ਤੈਸੇ ਕੋਟ ਪਾਪ ਕਰ, ਮਾਇਆ ਜੋਰ ਜੋਰ ਮੂੜ, ਅੰਤਕਾਲ ਛਾੜ ਚੱਲੇ ਦੋ ਕਰ ਝਾਰ ਕੈ। ਅੰਤ ਵੇਲੇ ਦੋਨੋਂ ਹੱਥ ਝਾੜ ਕੇ ਇਹ ਜੀਵ ਕਰੋੜਾਂ ਪਾਪ ਕਰ ਕਰਕੇ ਇਕੱਠੀ ਕੀਤੀ ਦੌਲਤ ਨੂੰ ਛੱਡ ਕੇ ਤੁਰ ਜਾਂਦਾ ਹੈ। ਸੁਰਤ ਨੂੰ ਸੰਭਾਲਣ ਦੀ ਜ਼ਰੂਰਤ ਹੈ। 4 ਚਫੇਰੇ ਬਰਸਾਤ ਹੋਈ, ਭਰ ਗਏ ਸਰੋਵਰ ਵੀ, ਟੋਏ ਵੀ, ਨਦੀਆਂ ਵਿੱਚ ਉਛਾਲੇ ਆ ਗਏ, ਪਰ ਚਾਤਰਕ ਤਰਸਦਾ ਹੀ ਰਹਿ ਗਿਆ। ਚਾਤਰਕ ਦੀ ਸਵਾਂਤੀ ਬੂੰਦ ਤਾਂ ਕਿਸੇ ਵਕਤ ਤੇ ਆਏਗੀ। ਉਸਨੇ ਮੋਹ ਉਸ ਨਾਲ ਬਣਾਇਆ, ਪਰ ਪ੍ਰਮਾਤਮਾ ਤਾਂ ਹਰ ਪਲ, ਹਰ ਥਾਂ, ਹਰ ਰੂਪ ਵਿੱਚ ਵਿਆਪਕ ਸੀ। ਪਰ ਇਹ ਮਨੁੱਖ ਉਸ ਤੋਂ ਵੀ ਵਿਛੜਿਆ ਰਹਿ ਗਿਆ। ਜਲ ਥਲ ਹਰ ਪਾਸੇ, ਲੇਕਿਨ ਇਹ ਪਿਆਸੇ ਦਾ ਪਿਆਸਾ। ਤਿਨਕੋ ਕੌਣ ਹਵਾਲ। ਇਹ ਅਜੇ ਵੀ ਤੜਪ ਰਿਹਾ ਹੈ। ਇਸ ਦਾ ਕੀ ਹੱਲ ਹੋਵੇ? ਸਦਾ ਮੰਦਾ ਹਾਲ ਹੈ। ਭਾਈ ਗੁਰਦਾਸ ਜੀ ਨੇ ਆਖਿਆ, ਤੀਰਥ ਮੰਜ ਨਿਵਾਸ ਹੈ, ਬਗਲਾ ਅਪਤੀਣਾ। ਉਹਨਾਂ ਕਈ ਮਿਸਾਲਾਂ ਦਿੱਤੀਆਂ। ਤੀਰਥ ਦੇ ਕਿਨਾਰੇ 'ਤੇ ਖੜਾ ਬਗਲਾ ਵੀ ਨਾਸਤਕ ਦਾ ਨਾਸਤਕ। ਡੱਡੀਆਂ ਮੱਛੀਆਂ ਖਾਏਗਾ, ਕੋਈ ਪਵਿੱਤਰਤਾ ਥੋੜ੍ਹੀ ਲੈਣ ਲਈ ਆਇਆ ਹੈ। ਲਵੈ ਬਬੀਹਾ ਵਰਸਦਾ ਜਲ ਜਾਏ ਨਾ ਪੀਣਾ। ਬਰਸਾਤਾਂ ਖੂਬ ਹੋਈਆਂ, ਪਰ ਪਪੀਹਾ ਤੜਪਦਾ ਪੁਕਾਰਦਾ ਹੀ ਰਹਿ ਗਿਆ, ਜਲ ਪੀਤਾ ਨਹੀਂ। ਚਾਤਰਕ ਜਿਉਂ ਤਰਸਤ ਰਹਿ, ਤਿਨਕੋ ਕੌਣ ਹਵਾਲ। ਭਾਈ ਸਾਹਿਬ ਕਹਿੰਦੇ ਨੇ, ਲਵੈ ਬਬੀਹਾ ਵਰਸਦਾ ਜਲ ਜਾਏ ਨਾ ਪੀਣਾ,
ਵਾਂਸ ਸੁਗੰਧ ਨ ਹੋਵਈ ਪਰਮਲ ਸੰਗ ਲੀਣਾ। ਚੰਦਨ ਦੇ ਪਾਸ ਖੜੇ ਬਾਂਸ ਨੇ ਵੀ ਸੁਗੰਧ ਪ੍ਰਾਪਤ ਨਾ ਕੀਤੀ। ਘੁੱਗੂ ਸੁੱਝ ਨਾ ਸੁੱਝਈ ਕਰਮਾਂ ਦਾ ਹੀਣਾ। ਉੱਲੂ ਨੇ ਸੂਰਜ ਦੇ ਦੀਦਾਰ ਹੀ ਨਾ ਕੀਤੇ। ਸੂਰਜ ਨਿਕਲਣ ਸਾਰ ਉਹ ਆਪਣੇ ਘੋਂਸਲੇ ਵਿੱਚ ਜਾ ਵੜਿਆ। ਨਾਭ ਕਥੂਰੀ ਮਿਰਗ ਦੇ ਵੱਤੈ ਓਡੀਣਾ। ਕਸਤੂਰੀ ਮਿਰਗ ਦੇ ਪਾਸ ਸੀ ਅੰਦਰ, ਆਪਣੇ ਅੰਦਰ। ਲੇਕਿਨ ਭਰਮ ਦਾ ਭਟਕਦਾ ਫਿਰਦਾ ਹੈ ਇਸ ਉਦਾਸੀ ਵਿੱਚ ਕਿ ਇਹ ਸੁਗੰਧੀ ਦਾ ਸਰੋਤ ਮੈਨੂੰ ਕਿਤੇ ਮਿਲ ਜਾਏ। ਲੱਭਦਾ ਝਾੜੀਆਂ ਵਿੱਚੋਂ ਫਿਰਦਾ ਹੈ। ਇਉਂ ਹੀ ਮਨੁੱਖ ਦੀ ਹਾਲਤ ਹੈ। ਸਤਿਗੁਰ ਸੱਚਾ ਪਾਤਸ਼ਾਹ ਮੂੰਹ ਕਾਲੇ ਮੀਣਾ। ਸਤਿਗੁਰੂ ਤੇ ਪ੍ਰਭੂ ਨਾਲ ਜੋੜਨ ਲਈ ਦੁਨੀਆ ਵਿੱਚ ਉਪਦੇਸ਼ ਵੰਡ ਰਿਹਾ ਹੈ, ਪਰ ਇਹ ਮੀਣੇ ਮਨੁੱਖ ਨੇ, ਕਪਟੀ ਨੇ ਉਸ ਪਾਸੇ ਸੁਰਤ ਹੀ ਨਾ ਦਿੱਤੀ। ਕਬੀਰ ਜੀ ਕਹਿੰਦੇ ਨੇ ਫਿਰ ਹੋਇਆ ਇਹੀ, ਚਾਤਰਿਕ ਜਿਉਂ ਤਰਸਤ ਰਹਿ ਤਿਨ ਕੋ ਕੌਣ ਹਵਾਲ। ਤੀਜੀ ਮਿਸਾਲ ਦੇ ਰਹੇ ਹਨ। ਕਬੀਰ ਚੱਕਈ ਜੋ ਨਿਸ ਬਿਛੁਰੇ ਆਏ ਮਿਲੈ ਪ੍ਰਭਾਤ। ਜੋ ਨਰ ਵਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਚੱਕਵੀ ਦੇ ਬਾਰੇ ਇਹ ਆਖਿਆ ਜਾਂਦਾ ਹੈ ਕਿ ਰਾਤ ਪੈਂਦਿਆਂ ਹੀ ਚੱਕਵੀ ਚੱਕਵੇ ਦਾ ਵਿਛੋੜਾ ਪੈ ਜਾਂਦਾ ਹੈ। ਇਹ ਇੱਕ ਦੂਜੇ ਤੋਂ ਵਿਛੜ ਜਾਂਦੇ ਨੇ। ਦੁਨੀਆ ਦੇ ਜੀਵਾਂ ਲਈ ਰਾਤ ਮਿਲਾਪ ਦਾ ਸਮਾਂ ਹੈ, ਪਰ ਚੱਕਵੀ ਚੱਕਵੇ ਲਈ ਵਿਛੋੜੇ ਦਾ ਸਮਾਂ ਹੈ। ਪਰ ਫਿਰ ਵੀ ਕਬੀਰ ਸਾਹਿਬ ਕਹਿੰਦੇ ਨੇ ਚਲੋ ਰਾਤ ਵਿਛੜੇ ਰਹੇ ਸਹੀ, ਪੁਕਾਰਦੇ ਰਹੇ ਇੱਕ ਦੂਜੇ ਨੂੰ। ਪ੍ਰਭਾਤ ਹੋਈ, ਸਵੇਰਾ ਹੋਇਆ, ਇਹਨਾਂ ਦਾ ਮਿਲਾਪ ਹੋ ਗਿਆ। ਕਦੀ ਨਾ ਕਦੀ ਮਿਲ ਤਾਂ ਪਏ। ਜੋ ਨਰ ਵਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਜਿਹੜੇ ਵਿਅਕਤੀ, ਜੋ ਇਨਸਾਨ ਉਸ ਭਗਵਾਨ ਤੋਂ ਵਿਛੋੜਾ ਪਾ ਬੈਠੇ ਹਨ, ਟੁੱਟ ਗਏ ਹਨ, ਉਹ ਨਾ ਦਿਨੇ ਮਿਲਾਪ ਹਾਸਲ ਕਰਦੇ ਨੇ ਨਾ ਰਾਤ। ਚੱਕਵੀ ਚੱਕਵੇ ਦੇ ਮਿਲਾਪ ਵਿੱਚ ਤਾਂ ਰਾਤ ਇੱਕ ਰੁਕਾਵਟ ਬਣੀ, ਹਨੇਰਾ। ਤੇ ਵੱਧ ਤੋਂ ਵੱਧ 4 ਪਹਿਰ ਰਹਿ ਜਾਏਗਾ। ਇਸ ਵਿਛੋੜੇ ਤੋਂ ਬਾਅਦ ਹਨੇਰਾ ਮੁੱਕਦਿਆਂ ਹੀ ਮਿਲਾਪ ਹੋ ਜਾਏਗਾ। ਇਹ ਹਨੇਰਾ ਸਦਾ ਰਹਿਣ ਵਾਲਾ ਨਹੀਂ, ਪਰ ਮੋਹ ਮਮਤਾ ਦਾ ਹਨੇਰਾ, ਅਗਿਆਨਤਾ ਦਾ ਹਨੇਰਾ ਜੋ ਮਨੁੱਖ ਨੇ ਖੜਾ ਕਰ ਲਿਆ ਹੈ, ਖੁਦ ਖੜਾ ਕੀਤਾ ਹੈ, ਇਹ ਜਨਮਾਂ ਜਨਮਾਂਤਰਾਂ ਤੱਕ ਵੀ ਰਹਿ ਸਕਦਾ ਹੈ। ਇਹ ਸਧਾਰਨ ਰਾਤ ਦਿਨ ਦਾ ਵਿਛੋੜਾ ਨਹੀਂ ਕਿ ਰਾਤ ਵਿਛੜ ਵੀ ਗਏ ਤੇ ਦਿਨ ਮਿਲ ਗਏ, ਜੇ ਦਿਨੇ ਵਿਛੜੇ ਤੇ ਰਾਤ ਮਿਲ ਗਏ, ਨਹੀਂ। ਇਹ 4 ਪਹਿਰਾਂ ਦੀ ਕਹਾਣੀ ਨਹੀਂ, ਜਨਮਾਂ ਜਨਮਾਂਤਰਾਂ ਦਾ ਵਿਛੋੜਾ ਪੈ ਜਾਂਦਾ ਹੈ। ਇਸ ਲਈ ਕਬੀਰ ਜੀ ਸਾਵਧਾਨ ਕਰਦੇ ਨੇ ਕਿ ਜਿਨ੍ਹਾਂ ਦਾ ਕੇਵਲ ਵੱਧ ਤੋਂ ਵੱਧ 4 ਪਹਿਰ ਰਾਤ ਦਾ ਵਿਛੋੜਾ ਸੀ, ਚੱਕਵੇ ਚੱਕਵੀ ਦਾ, ਉਹ ਵੀ ਭਾਵੇਂ ਇੱਕ ਦੂਜੇ ਤੋਂ ਵਿਥਤੇ ਨੇ, ਮਿਲਾਪ ਨਹੀਂ, ਪਰ ਉਹ ਪੁਕਾਰ ਰਹੇ ਨੇ ਇੱਕ ਦੂਜੇ ਨੂੰ, ਆਵਾਜ਼ ਦੇ ਰਹੇ ਨੇ। ਮਨੁੱਖ ਦੀ ਜ਼ਿੰਦਗੀ ਬੀਤ ਜਾਂਦੀ ਹੈ, ਇਹ ਪ੍ਰਭੂ ਨੂੰ ਪੁਕਾਰਦਾ ਹੀ ਨਹੀਂ। ਉਸ ਪੁਕਾਰ ਨੂੰ ਭਾਗ ਵੀ ਲੱਗ ਜਾਂਦੇ ਨੇ। ਰਾਤ ਜਾਂਦੀ ਹੈ, ਦਿਨ ਆਉਂਦਾ ਹੈ, ਚੱਕਵੀ ਚੱਕਵੇ ਦਾ ਮਿਲਾਪ ਹੋ ਜਾਂਦਾ ਹੈ। ਪਰ ਜੀਵਾਤਮਾ ਪਰਮਾਤਮਾ ਤੋਂ ਟੁੱਟ ਕੇ ਹੀ ਭਟਕਦੀ ਰਹਿ ਜਾਂਦੀ ਹੈ। ਜੋ ਨਰ ਵਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। 126ਵੇਂ ਸ਼ਲੋਕ ਅੰਦਰ ਭਗਤ ਜੀ ਫਰਮਾਨ ਕਰਦੇ ਨੇ, ਕਬੀਰ ਰਹਿ ਨਾਇਰ ਵਿਛੋਰਿਆ ਰਹੋ ਰੇ ਸੰਖ ਮਜੂਰ। ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰ। ਉਹ ਭੋਲਿਆ ਸੰਖਾ, ਸੰਖ ਸਮੁੰਦਰ ਵਿੱਚ ਪੈਦਾ ਹੋਇਆ। ਜਿੰਨੀ ਦੇਰ ਸਮੁੰਦਰ ਵਿੱਚ ਰਿਹਾ, ਇਸ ਨੇ ਇੱਕ ਵਾਰੀ ਵੀ ਧਾ ਨਹੀਂ ਮਾਰੀ, ਰੋਇਆ ਨਹੀਂ।
ਇੱਕ ਮਿਸਾਲ ਦੇ ਰਹੇ ਨੇ ਕਿ ਐਸ ਸਮੁੰਦਰ ਤੋਂ ਵਿਛੜੇ ਹੋਏ ਸੰਖ ਸਮੁੰਦਰ 'ਚ ਟਿਕਿਆ ਰਹਿੰਦਾ, ਟਿਕਿਆ ਰਵੇਂ ਚੰਗਾ ਹੈ, ਫਿਰ ਰੋਣ ਦਾ ਕੋਈ ਕਾਰਨ ਨਹੀਂ। ਪਰ ਜੇ ਉਸ ਆਪਣੇ ਮੂਲ ਤੋਂ, ਆਪਣੀ ਜ਼ਿੰਦਗੀ ਦੇ ਸਰੋਤ ਤੋਂ, ਆਪਣੇ ਜਨਮਦਾਤੇ ਤੋਂ ਵਿਛੋੜਾ ਪਾ ਬੈਠੋ ਤਾਂ ਫਿਰ ਦੇਖ ਹਾਲਤ ਕੀ ਹੈ। ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰ। ਦੇਵਾਲਿਆ ਆਖਦੇ ਨੇ ਦੇਵਤੇ ਦਾ ਘਰ, ਦੇਹੁਰੇ ਨੂੰ, ਮੰਦਰ ਨੂੰ, ਠਾਕੁਰ ਦੁਆਰੇ ਨੂੰ, ਧਰਮ ਸਥਾਨ ਨੂੰ ਕਹਿ ਲਓ। ਇੱਥੇ ਰੋਜ਼ ਚੀਕਾਂ ਮਾਰੇਗਾ, ਧਾਹਾਂ ਮਾਰੇਗਾ। ਸ਼ੰਖ ਦੀ ਆਵਾਜ਼ ਇੱਕ ਧਾਹ ਮਾਰਨ ਦੇ ਤੁੱਲ ਹੈ। ਸੂਰਜ ਚੜ੍ਹਨ ਸਾਰ ਪੁਜਾਰੀ ਤੇਰੇ ਵਿੱਚ ਫੂਕ ਮਾਰੇਗਾ, ਤੂੰ ਧਾਹ ਮਾਰੇਗਾ। ਇੱਕ ਖਬਰ ਸੀ, ਔਰ ਬੜੀ ਵੱਡੀ ਖਬਰ ਸੀ ਕਿ ਦੇਖੋ ਸ਼ੰਖ ਵੀ ਆਪਣੇ ਮੂਲ ਤੋਂ ਟੁੱਟਾ ਹੈ, ਸਮੁੰਦਰ ਤੋਂ ਵਿਛੜਿਆ ਹੈ। ਸੂਰਜ ਨਿਕਲਦਿਆਂ ਹੀ ਰੋ ਰੋ ਕੇ ਪੁਕਾਰਦਾ ਹੈ, ਧਾਹਾਂ ਮਾਰਦਾ ਹੈ, ਬੰਦਿਆ ਤੂੰ ਕਦ ਆਪਣੇ ਮੂਲ ਨਾਲ ਜੁੜਨਾ ਹੀ ਖਿਆਲ ਕਰ। ਸ਼ਾਮਾਂ ਪੈਂਦੀਆਂ ਫਿਰ ਪੁਜਾਰੀ ਫੂਕ ਮਾਰਦਾ ਸ਼ੰਖ ਵਿੱਚ। ਇੱਕ ਆਵਾਜ਼ ਸੀ ਸੁਣਨ ਵਾਲਿਆਂ ਵਾਸਤੇ ਪ੍ਰੇਰਨਾ ਦੀ ਕਿ ਇਹ ਵਿਛੜਿਆ ਹੋਇਆ ਧਾਹਾਂ ਮਾਰਦਾ ਹੈ, ਇਹ ਦਿਨ ਵੀ ਲੰਘ ਗਿਆ ਜੇ, ਮਾਲਕ ਨਾਲ ਜੁੜੇ ਹੋ ਜਾਂ ਅਜੇ ਵੀ ਟੁੱਟੇ ਹੋਏ ਹੋ। ਅਗਰ ਟੁੱਟੇ ਰਹੇ ਤੇ ਧਾਹਾਂ ਤੋਂ ਸਿਵਾ ਪੱਲੇ ਕੁਝ ਵੀ ਪੈਣ ਵਾਲਾ ਨਹੀਂ। ਹਰ ਮੰਦਰ ਵਿੱਚੋਂ ਸ਼ੰਖ ਦੀ ਆਵਾਜ਼ ਮਨੁੱਖ ਨੂੰ ਇਹ ਖਬਰ ਦਿੰਦੀ ਸੀ, ਸਵੇਰੇ ਸ਼ਾਮ ਸੰਧਿਆ ਦੇ ਵੇਲੇ। ਸੰਧਿਆ ਦਾ ਮਤਲਬ ਹੈ ਸੰਧੀ ਦਾ ਸਮਾਂ, ਜਦ ਦਿਨ ਰਾਤ ਦਾ ਮਿਲਾਪ ਹੁੰਦਾ ਹੈ। ਸਵੇਰੇ ਰਾਤ ਜਾ ਰਹੀ ਹੈ, ਪ੍ਰਭਾਤ ਆ ਰਹੀ ਹੈ, ਉਸ ਵੇਲੇ ਪੁਜਾਰੀ ਸ਼ੰਖ ਵਜਾਉਂਦਾ। ਖਬਰ ਸੀ ਰਾਤ ਬੀਤ ਗਈ ਮਿੱਤਰੋ, ਜੁੜੇ ਹੋ ਰੱਬ ਨਾਲ ਜਾਂ ਨਹੀਂ। ਆਪਣੇ ਮੂਲ ਤੋਂ ਟੁੱਟਾ ਹੋਇਆ ਸ਼ੰਖ ਧਾਹਾਂ ਮਾਰ ਮਾਰ ਕੇ ਤੁਹਾਨੂੰ ਪ੍ਰੇਰਣਾ ਦੇ ਰਿਹਾ ਹੈ, ਜੁੜ ਜਾਓ, ਨਹੀਂ ਤੇ ਜ਼ਿੰਦਗੀ ਵਿੱਚ ਕੇਵਲ ਧਾਹਾਂ ਹੀ ਪੱਲੇ ਰਹਿ ਜਾਣਗੀਆਂ। ਕੋਈ ਸੁਣ ਕੇ ਸਮਝ ਜਾਂਦਾ, ਮੰਦਰ ਵੱਲ ਤੁਰ ਪੈਂਦਾ, ਉਪਾਸ਼ਨਾ ਵਿੱਚ ਜੁੜ ਜਾਂਦਾ, ਪੂਜਾ ਵਿੱਚ ਲੱਗ ਜਾਂਦਾ, ਸੁਰਤ ਜੋੜਦਾ, ਵਡਭਾਗੀ। ਸੁਣ ਕੇ ਅਨਸੁਣੀ ਕਰ ਦੇਵੇ ਉਸ ਦੀ ਮੌਜ। ਦਿਨ ਬੀਤਦਾ, ਸ਼ਾਮ ਨੂੰ ਫਿਰ ਸੰਧਿਆ ਆਉਂਦੀ। ਜਦ ਦਿਨ ਜਾ ਰਿਹਾ ਹੈ, ਰਾਤ ਆ ਰਹੀ ਹੈ, ਦੋਵਾਂ ਦੇ ਮਿਲਾਪ ਦਾ, ਸੰਧੀ ਦਾ ਸਮਾਂ ਹੈ। ਫਿਰ ਪੁਜਾਰੀ ਸ਼ੰਖ ਵਿੱਚ ਫੂਕ ਮਾਰਦਾ, ਆਵਾਜ਼ ਫਿਰ ਗੂੰਜਦੀ ਔਰ ਲੋਕਾਂ ਨੂੰ ਸੁਨੇਹਾ ਦਿੰਦੀ, ਦੇਖੋ ਮੈਂ ਸਮੁੰਦਰ ਤੋਂ ਨਿਖੜਿਆ ਹੋਇਆ ਹੁਣ ਵੀ ਧਾਹਾਂ ਮਾਰਦਾ ਹਾਂ, ਮੇਰਾ ਮਿਲਾਪ ਹੋ ਜਾਂਦਾ ਤਾਂ ਇਹ ਧਾਹ ਨਾ ਵੱਜਦੀ। ਤੁਸੀਂ ਵੀ ਕਿਧਰੇ ਉਸ ਮਾਲਕ ਤੋਂ, ਜ਼ਿੰਦਗੀ ਦੇ ਸੋਮੇ ਤੋਂ ਟੁੱਟੇ ਹੋਏ ਤਾਂ ਨਹੀਂ ਰਹਿ ਗਏ। ਦਿਨ ਉਂਝ ਹੀ ਤਾਂ ਨਹੀਂ ਬੀਤ ਗਿਆ। ਜੇ ਬੀਤ ਗਿਆ ਹੈ ਤਾਂ ਤੁਸੀਂ ਬਰਬਾਦ ਕੀਤਾ ਹੈ। ਧਾਹਾਂ ਹੀ ਪੱਲੇ ਰਹਿ ਜਾਣੀਆਂ ਹਨ, ਅਜੇ ਵੀ ਜੁੜ ਜਾਓ। ਕਬੀਰ ਜੀ ਨੇ ਸ਼ੰਖ ਦੀ ਆਵਾਜ਼ ਨੂੰ ਧਾਹ ਮਾਰਨ ਦੇ ਤੋਂ ਆਖਿਆ ਹੈ। ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰ। ਡਰਾਉਣੀਆਂ ਟਾਹਾਂ ਮਾਰਦਾ ਹੈ, ਆਵਾਜ਼ ਦਿੰਦਾ ਹੈ। ਆਪਣੇ ਮੂਲ ਸਮੁੰਦਰ ਤੋਂ ਵਿਛੜਿਆ ਹੋਇਆ ਸ਼ੰਖ ਧਰਮ ਅਸਥਾਨ ਤੇ ਟਿਕਿਆ ਹੈ, ਬੈਠਾ ਤੀਰਥ ਤੇ, ਦਿਵਾਲੇ ਵਿੱਚ, ਮੰਦਰ ਵਿੱਚ, ਲੇਕਿਨ ਮੂਲ ਤੋਂ ਟੁੱਟਾ ਹੋਇਆ। ਇਸ ਲਈ ਉਹਦੇ ਪੱਲਿਓਂ ਧਾਹਾਂ ਹੀ ਨਿਕਲਦੀਆਂ ਨੇ। ਗੱਲ ਕੇਵਲ ਅਸਥਾਨ ਦੀ ਨਹੀਂ, ਸੁਰਤ ਦੇ ਸਿਰਜਣਹਾਰ ਨਾਲ ਜੁੜ ਜਾਣ ਦੀ ਹੈ, ਆਪਣੇ ਮੂਲ ਨਾਲ ਮਿਲਾਪ ਬਣਾ ਲੈਣ ਦੀ ਹੈ। ਨਹੀਂ ਤੇ ਦਿਵਾਲੇ ਵਿੱਚ ਪਿਆ ਸ਼ੰਖ ਵੀ ਧਾਹਾਂ ਹੀ ਮਾਰੇਗਾ। ਇਉਂ ਹੀ ਇਹ ਮਨੁੱਖ ਭਾਵੇਂ ਤੀਰਥਾਂ ਦਾ ਭ੍ਰਮਣ ਕਿਉਂ ਨਾ ਕਰਦਾ ਰਹੇ, ਜਿੱਥੇ ਮਰਜ਼ੀ ਇਹ ਭਟਕਾਵੇ, ਇਸ ਦੇ ਪੱਲੇ ਵੀ ਧਾਹਾਂ ਹੀ ਹਨ। ਕਾਰਨ
ਕਾਰਨ ਸਪਸ਼ਟ ਹੈ ਕਿ ਇਹ ਜਿਸ ਨਾਲ ਜੁੜਨਾ ਸੀ ਸੁਰਤ ਨੇ, ਉਹ ਸੁਰਤ ਉੱਥੇ ਜੁੜੀ ਨਹੀਂ ਜੁੜੀ ਤੇ ਤਾਹਾਂ ਪੱਲੇ ਨੇ। ਇਸ ਲਈ ਭਗਤ ਕਬੀਰ ਜੀ ਦੇ ਇਹਨਾਂ ਬਚਨਾਂ ਵਿੱਚੋਂ ਅਸੀਂ ਸਬਕ ਲੈਣਾ ਹੈ ਕਿ ਸਾਡੀ ਸੁਰਤ ਸਿਰਜਣਹਾਰ ਨਾਲ ਜੁੜ ਸਕੇ, ਉਸ ਦੀ ਯਾਦ ਵਿੱਚ ਟਿਕ ਸਕੀਏ। ਮਸਲਾ ਦਰਅਸਲ ਸੁਰਤ ਦਾ ਹੀ ਹੈ। ਉਪਦੇਸ਼ ਭਗਤ ਜੀ ਦਿੰਦੇ ਹਨ, ਸੁਣਿਆ ਸੁਰਤ ਨਾਲ ਜਾਣੈ, ਸੁਰਤ ਵਿੱਚ ਵਸ ਗਿਆ ਤਾਂ ਜੀਵਨ ਦੀ ਕਹਾਣੀ ਬਣ ਗਈ। ਅਗਰ ਸੁਰਤ ਵਿੱਚ ਨਾ ਵਸਿਆ ਤਾਂ ਇੱਧਰੋਂ ਸੁਣ ਉੱਧਰੋਂ ਕੱਢ ਦਿੱਤਾ, ਬਾਂਸ ਵਜਾਈਏ ਫੂਕ ਦੀ ਹਾਲਤ ਰਹਿ ਗਈ ਤਾਂ ਕੁਝ ਨਹੀਂ ਸਵਰੇਗਾ। ਵਾਹਿਗੁਰੂ ਜੀ ਕਿਰਪਾ ਕਰਨ। ਭਗਤ ਜਨਾਂ ਦਾ ਉਪਦੇਸ਼, ਸਤਿਗੁਰੂ ਸਾਹਿਬਾਨਾਂ ਦਾ ਪਾਵਨ ਉਪਦੇਸ਼ ਅਸੀਂ ਸੁਰਤ ਵਿੱਚ ਵਸਾ ਕੇ ਸਿਰਜਣਹਾਰ ਨਾਲ ਜੁੜ ਸਕੀਏ ਤੇ ਜ਼ਿੰਦਗੀ ਨੂੰ ਸਫਲ ਬਣਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।